ਤੇ ਦਰਸ਼ਨ ਕਰਨ ਦੀ ਤੇਰੇ ਮਨ 'ਚ ਬਹੁਤ ਜ਼ਿਆਦਾ ਪ੍ਰੀਤ ਹੈ। ਅਸੀਂ ਤੇਰੇ ਤੇ ਬਹੁਤ ਖੁਸ਼ ਹੋਏ ਹਾਂ। ਜੋ ਵੀ ਤੇਰੀ ਆਸਾ ਹੈ, ਭਾਵਨਾ ਹੈ, ਤੇਰੇ ਮਨ ਦੀ ਇੱਛਾ ਹੈ, ਉਹ ਸਾਨੂੰ ਦੱਸੋ, ਅਸੀਂ ਉਹ ਪੂਰੀ ਕਰਾਂਗੇ। ਤੇ ਜਦੋਂ ਇਹਨਾਂ ਵਚਨ ਗੁਰੂ ਸਾਹਿਬ ਦਾ ਹੋਇਆ, ਗੁਰੂ ਸਾਹਿਬ ਖੁਸ਼ ਹੋ ਗਏ, ਤਾਂ ਫਿਰ ਇਹ ਸੌਦਾਗਰ ਸਿੱਖ ਬੇਨਤੀ ਕਰਨ ਲੱਗਿਆ, ਮਹਾਰਾਜ ਕਿਸੇ ਵੀ ਪ੍ਰਾਣੀ ਦਾ, ਕਿਸੇ ਵੀ ਸਿੱਖ ਦਾ ਪ੍ਰੇਮ ਪਰਖਣ ਦੇ ਵਿੱਚ ਤਾਂ ਆਪ ਬਹੁਤ ਚਤੁਰ ਹੋ, ਸ੍ਰੇਸ਼ਟ ਹੋ, ਉੱਤਮ ਹੋ। ਪਰ ਮਹਾਰਾਜ ਇਹ ਤੁਹਾਡੀ ਜਿਹੜੀ ਕਿਰਪਾ ਮੇਰੇ ਤੇ ਹੋਈ ਹੈ ਨਾ, ਤੁਹਾਡੇ ਦਰਸ਼ਨ ਕਰਕੇ ਮੇਰਾ ਤਾਂ ਚਿੱਤ ਤ੍ਰਿਪਤ ਹੋ ਗਿਆ ਤੇ ਮੰਗਣ ਦੀ ਤਾਂ ਕੋਈ ਇੱਛਾ ਹੀ ਨਹੀਂ ਰਹੀ। ਜਦੋਂ ਮੈਂ ਆਇਆ, ਤੁਸੀਂ ਮੈਨੂੰ ਇੰਨੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਤੱਕਿਆ ਕਿ ਮੇਰੇ ਸਾਰੇ ਸੰਕਟ ਦੂਰ ਕਰ ਦਿੱਤੇ। ਤੇ ਨਾਲ ਬੇਨਤੀ ਕਰਦਾ ਹੈ, ਸਭ ਵਿਦ ਤੇ ਮੁਝ ਕਰਿਓ ਨਿਹਾਲੋ। ਮਹਾਰਾਜ ਤੁਸੀਂ ਸਰਬ ਤਰ੍ਹਾਂ ਕਰਕੇ ਮੈਨੂੰ ਨਿਹਾਲ ਕਰਤਾ, ਮੈਨੂੰ ਕੋਈ ਇੱਛਾ ਨਹੀਂ ਰਹੀ। ਗੁਰੂ ਸਾਹਿਬ ਫਿਰ ਵਚਨ ਕਰਦੇ ਆ, ਭਾਈ ਗੁਰਸਿੱਖਾ ਅਸੀਂ ਤੇਰੇ ਦੇ ਤੁੱਠੇ ਹਾਂ ਤੇ ਤੈਨੂੰ ਜ਼ਰੂਰ ਵਰ ਦਿਆਂਗੇ, ਤੂੰ ਮੰਗ ਕੁਛ। ਇਹ ਗੁਰਸਿੱਖ ਆਖਣ ਲੱਗਿਆ, ਵਰ ਦੀਜੈ ਨਿਜ ਪ੍ਰੇਮ ਵਿਸਾਲੋ। ਮਹਾਰਾਜ ਜੇ ਵਰ ਦੇਣਾ ਚਾਹੁੰਦੇ ਹੋ ਤੇ ਮੈਨੂੰ ਵਰ ਇਹ ਦੇ ਦਿਓ ਕਿ ਤੁਹਾਡੇ ਪ੍ਰਤੀ ਮੇਰਾ ਪ੍ਰੇਮ ਹੋਰ ਵੱਧ ਜਾਵੇ। ਤੁਹਾਡੀ ਜਿਹੜੀ ਪ੍ਰੇਮਾ ਭਗਤੀ ਹੈ ਉਹ ਦਿਨ ਰਾਤ ਮੇਰੇ ਅੰਦਰ ਇਸੇ ਤਰ੍ਹਾਂ ਲੱਗੀ ਰਹੇ। ਤੇ ਨਾਲ ਬੇਨਤੀ ਕਰਦਾ, ਸਿਪਰ ਖੜਗ ਅਰ ਕਟ ਸੋ ਭਾਥਾ। ਤੇ ਮਹਾਰਾਜ ਤੁਹਾਡਾ ਜਿਹੜਾ ਸਰੂਪ ਹੈ ਨਾ, ਤੁਹਾਡੇ ਗਾਤਰੇ ਵਿੱਚ ਇਹ ਖੰਡਾ ਪਾਇਆ ਹੋਵੇ ਤੇ ਲੱਕ ਦੇ ਨਾਲ ਕਮਰ ਕਸਾ ਲੱਗਿਆ ਹੋਵੇ ਤੇ ਨਾਲ ਇਹ ਪੱਥਾ ਬੰਨਿਆ ਹੋਵੇ, ਕਸਿਆ ਹੋਵੇ, ਭਏ ਸਨਦ ਗਹੇ ਤਨ ਹੱਥਾਂ। ਤੇ ਆਪ ਜੀ ਤਿਆਰ ਬਰ ਤਿਆਰ ਸ਼ਸਤਰ ਧਾਰੀ ਹੋਵੋ, ਤੁਹਾਡੇ ਹੱਥ ਦੇ ਵਿੱਚ ਵੀ ਧਨੁੱਖ ਫੜਿਆ ਹੋਵੇ ਤੇ ਸੀਸ ਉੱਪਰ ਸੋਹਣੀ ਇਹ ਕਲਗੀ ਜਿਗਾ ਜੋ ਤੁਹਾਡੇ ਚਰਨਾਂ 'ਚ ਭੇਟ ਕੀਤੀ ਆ, ਇਹ ਸਜੀ ਹੋਵੇ, ਸੋਹਣੀ ਦਸਤਾਰ ਉੱਪਰ ਇਹ ਸਜੀ ਹੋਵੇ ਨਾ। ਇਹ ਜਿਹੜਾ ਤੁਹਾਡਾ ਸੋਹਣਾ ਸਰੂਪ ਹੈ, ਮੈਂ ਤੇ ਇਹ ਤੁਹਾਡੇ ਤੋਂ ਮੰਗਦਾ। ਕੀ ਬੇਨਤੀ ਕਰਦਾ, ਇਹ ਸਰੂਪ ਬਸ ਹੋ ਤੁਹਾਰਾ। ਇੰਨੀ ਕਿਰਪਾ ਕਰਦੇ ਹੋ, ਇਹ ਜਿਹੜਾ ਤੁਹਾਡਾ ਸਰੂਪ ਇਹੋ ਜਿਹਾ ਜੋ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਨਾ, ਮੇਰੇ ਹਿਰਦੇ ਵਿੱਚ ਵਸਾ ਦਿਓ। ਹੋਰ ਮੈਂ ਤੁਹਾਡੇ ਤੋਂ ਕੁਛ ਵੀ ਨਹੀਂ ਮੰਗਦਾ। ਇੰਨੀ ਕਿਰਪਾ ਕਰੋ ਕਿ ਇਹ ਮੇਰੇ ਹਿਰਦੇ ਵਿੱਚ ਵਸ ਜਾਵੇ। ਜਥਾ ਚਲ ਹੈ ਨਹਿ ਮੇਰ ਉਦਾਰਾ। ਤੇ ਤੁਹਾਡਾ ਇਹ ਸਰੂਪ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਵਸ ਜੇ, ਕਿਵੇਂ? ਜਿਵੇਂ ਸੁਮੇਰ ਪਰਬਤ ਹਿਲਦਾ ਨਹੀਂ, ਇੱਕ ਥਾਂ ਤੇ ਅਟਲ ਟਿਕਿਆ ਹੋਇਆ ਹੈ। ਤੇ ਚਾਹੇ ਕਿੰਨਾ ਵੀ ਮੇਰੇ ਤੇ ਪਰਚਾ ਪਵੇ, ਸਮਾਂ ਕਹੋ ਜਾ ਵੀ ਆਵੇ, ਪਰ ਤੁਹਾਡਾ ਇਹ ਵਸਿਆ ਹੋਇਆ ਸਰੂਪ ਹਿਰਦੇ ਚੋਂ ਪਾਸੇ ਨਾ ਹੋਵੇ, ਇਹ ਹਿਰਦੇ 'ਚ ਵਸਿਆ ਰਵੇ। ਮੈਂ ਤੁਹਾਡੇ ਦਰਸ਼ਨ ਕਰਦਾ ਰਹਾਂ ਕਿ ਤੁਹਾਡਾ ਪ੍ਰੇਮ ਮੇਰੇ ਹਿਰਦੇ ਵਿੱਚ ਵੱਧਦਾ ਰਵੇ। ਤੇ ਬੇਨਤੀ ਕਰਦਾ ਹੈ, ਨਿਸ ਦਿਨ ਜਿਹਬਾ ਨਾਮ ਮੁਕੰਦ। ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਨਾ, ਰਾਮ ਕੋ ਨਾਮ ਜਪੋ ਦਿਨ ਰਾਤੀ, ਮਪ ਮਪ ਕਾਟੋ ਜਮ ਕੇ ਫਾਸੀ। ਉੱਥੇ ਜਿਵੇਂ ਬੇਨਤੀ ਕਰਦੇ ਆ, ਸਮਝਾਉਂਦੇ ਨੇ ਗੁਰਬਾਣੀ ਵਿੱਚ ਆਪ ਜੀ, ਐਸੀ ਕਿਰਪਾ ਕਰੋ ਮਹਾਰਾਜ
दिन रात तुहाडा नाम मैं जपदा रहां, तुहाडे चरनां नूं आराधदा रहां। जे बचन आउंदा ना, सिमरो सिमर सिमर सुख पावो, कल कलेस तन माहे मिटावो। जिवें बचन आउंदे आ, मैं तुहाडा सिमरन करां ते तुहानूं सिमरन करके, तुहाडी सेवा करके, तुहाडी आराधना करके मैं सुख पावां। इस तरह इत्थे बचने ने बेनती की, महाराज कृपा करो, यह स्वरूप और बस हो तुहारा, ये तुहाडा स्वरूप तां मेरे हिरदे विच बस ही जावे। ते नाल बेनती कीती आ, निस दिन जिहबा नाम मुकंद। महाराज निस दिन शब्द वरतिया इत्थे, उत्थे दिन राती गुरु साहब की गुरबाणी च वरतिया, इत्थे निस दिन। दिन राती आराधो प्यारे, निमख ना कीजै ढीला। उत्थे भी वचन आउंदे आ, मैं दिन रात तुहाडी आराधना करां ते निमख मात्र भी तुहाडे वल्लों मेरा मन ढिला ना पवे, आलस विच ना आवे। जो वचन आउंदा ना, ਉਹ बेनती करदा है, बिसर नाही दातार अपना नाम लिहो, गुण गावां दिन रात नानक चाओ एहो। तां जिवें गुरु साहब दे उत्ते वचन आउंदे आ कि दिन रात तुहाडे गुण गावां ते मेरे मन विच चाह बनिया रवे। चाह, खुशी, खेड़ा, जिवें एक काम हुंदा है कोई चाह दे नाल करना, ਉਹਦੇ 'ਚ बहुत अंतर ਹੁੰਦਾ। एक काम हुंदा है नाम मात्र जे करना भी कर रहे हैं, ਉਹਦੇ ਵਿੱਚ बहुत अंतर है। इस करके ਉੱਥੇ चाह इस शब्द वरतिया है। जिवें वचन आउंदा ना, मन चाओ भया पर आगू सुनिया, मेरे मन च चाह हो गया, खुशी हो गई कि परमात्मा आप आउंदा पिया, प्रगट होवेगा हिरदे च। इस तरह महाराज मेरे मन दे विच चाह बनिया रवे, खुशी बनी रवे। निस दिन जेबा नाम मुकंद, ते दिन रात मुकंद का भाव हुंदा मुक्ति दाते, दुखां नूं कट्टण वाले। ऐ मुक्ति दाते सतगुरु, ये जिहड़ी मेरी जिहवा है ना, ये तो तुहाडा नाम जपदा रहां। रटत रहो श्री हर गोविंद। हे श्री गुरु हर गोबिंद साहब महाराज, तुहाडा जिहड़ा दिता होया वाहिगुरु नाम है ना, मैं बस दिन रात हुण यही जपदा रहां। एहो बार मोको दिज है स्वामी, कृपा करो गुर अंतर जामी। महाराज तुसी मैनू कहा है ना कोई बार मंग ले, बस मैनू यही वर दे दिओ। ऐ स्वामी मालक कृपा कर दिओ मेरे ते, तुसी अंतरजामी हो, तुसी मेरे अंदर की भावना नूं समझदे हो। ये जो भी मैं बेनती कर रहा आप जी जानते हो मेरे अंदर की भावना है, बस यह मैनू वार दे दिओ। दिन रात तुहाडी आराधना करा, तुहाडा सिमरन करा, मेरे ते कृपा कर दिओ। वचन करते ने अगे बेनती करते आ, जब लो होए ना आप सो मेल, कर मन बस जोनन मैं खेल। ते गुरु साहब वचन करते आ, भाई कोई होर मंग ले, ये तो तेनों दे ही देंगे, कुछ होर भी मंग ले।
ਤੇ ਫਿਰ ਮੰਗਦਾ ਹੈ ਮਹਾਰਾਜ ਤੁਹਾਡੇ ਨਾਲ ਮੇਲ ਹੋ ਜੇ, ਬਸ ਮੇਰਾ ਮਨ ਤੁਹਾਡੇ ਵਿੱਚ ਲੀਨ ਹੋ ਜਾਵੇ, ਹੋਰ ਕੋਈ ਫੁਰਨਾ ਹੀ ਨਾ ਆਵੇ। ਮਹਾਰਾਜ ਬਚਨ ਕਰਦੇ ਆ ਭਾਈ ਸਾਡੇ ਵਿੱਚ ਲੀਨ ਹੋ ਜਾਵੇਗਾ, ਪਰ ਹੋਰ ਵੀ ਕੋਈ ਵਰ ਮੰਗ ਲੈ। ਉਹ ਆਖਦਾ ਹੈ ਜਬ ਲੋ ਹੋਏ ਨਾ ਆਪ ਸੋਵੇਂ। ਮਹਾਰਾਜ ਤੁਹਾਡੀ ਸੰਗਤ ਕਰਦੇ ਆ, ਤੁਹਾਡੇ ਚਰਨਾਂ 'ਚ ਆ ਕੇ ਸੋਝੀ ਆਈ ਆ ਕਿ ਜਦੋਂ ਤੁਹਾਡੇ ਨਾਲ ਮੇਰਾ ਮੇਲ ਨਹੀਂ ਹੋ ਰਿਹਾ, ਤੁਹਾਡੇ ਨਾਲ ਮੇਰਾ ਮਿਲਾਪ ਨਹੀਂ ਹੋ ਰਿਹਾ, ਉਦੋਂ ਤੱਕ ਕਰਮਨ ਬਸ ਜੂਨਨ ਮਹਿ। ਉਦੋਂ ਤੱਕ ਮੈਂ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਉਹਨਾਂ ਦੇ ਵਿੱਚ ਪੈ ਕੇ ਨਾ ਜੂਨਾਂ ਦੇ ਵਿੱਚ ਆਉਂਦਾ ਤੇ ਜਾਂਦਾ ਰਹਾਂਗਾ। ਜਿਵੇਂ ਕੋਈ ਖਿਡਾਰੀ ਖੇਡਦੇ ਆ, ਅੱਜ ਖੇਡੇ ਕੱਲ ਨੂੰ ਫਿਰ ਖੇਡੇ, ਪਰਸੋਂ ਫਿਰ ਖੇਡੇ, ਇਸ ਤਰ੍ਹਾਂ ਮੈਂ ਹੋਰ ਜੂਨਾਂ ਦੇ ਵਿੱਚ ਖੇਡਦਾ ਰਹਾਂਗਾ। ਤੇ ਉਸ ਸਮੇਂ ਸਾਧ ਸੰਗਤ ਜੋ ਉਹਦੀ ਬੇਨਤੀ ਆ ਨਾ, ਜਿਹੜਾ ਉਹਨੇ ਵਚਨ ਕਿਹਾ ਜਬ ਲੋ ਹੋਏ ਨਾ ਆਪ ਸੋਵੇਂ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਸਾਹਮਣੇ ਬੈਠੇ ਆ, ਇਹ ਗੁਰਸਿੱਖ ਸਾਹਮਣੇ ਖੜਾ। ਹੁਣ ਮੇਲ ਤਾਂ ਹੋ ਗਿਆ, ਸਾਹਮਣੇ ਦਰਸ਼ਨ ਹੋ ਰਹੇ ਆ, ਪਰ ਜੋ ਉਹ ਕਹਿ ਰਿਹਾ ਹੈ ਕਿ ਇਹ ਸਰੀਰ ਰੂਪ ਘਰ ਦੇ ਵਿੱਚ ਜਿਵੇਂ ਸਤਿਗੁਰੂ ਜੀ ਦੇ ਸੋਹਣੇ ਦਰਬਾਰ ਸਾਹਿਬ ਦੇ ਵਿੱਚ ਮਿਲਾਪ ਹੋ ਗਿਆ, ਇੰਨਾ ਗਿਆਨ ਹੋ ਗਿਆ, ਉੱਥੇ ਆ ਸਰੀਰ ਰੂਪ ਘਰ ਦੇ ਵਿੱਚ ਵੀ ਮਹਾਰਾਜ ਮਿਲਾਪ ਹੋ ਜੇ, ਬਸ ਅੰਦਰ ਆਪ ਜੀ ਦੀ ਜੋਤ ਪ੍ਰਗਟ ਹੋ ਜੇ ਤੇ ਮੇਰੇ ਸਰੀਰ ਦੇ ਅੰਦਰ ਵੀ ਆਪ ਜੀ ਦੇ ਨਾਲ ਮੇਰਾ ਮਿਲਾਪ ਹੋ ਜਾਵੇ। ਜਦੋਂ ਅੰਦਰ ਸਰੀਰ ਅੰਦਰ ਆਪ ਜੀ ਦੇ ਨਾਲ ਮੇਰਾ ਮਿਲਾਪ ਹੋਇਆ ਨਾ, ਫਿਰ ਕਰਮ ਸਾਰੇ ਨਾਸ਼ ਹੋ ਜਾਣਗੇ, ਫਿਰ ਸਾਰੇ ਕਰਮ ਖਤਮ ਹੋ ਜਾਣਗੇ। ਜਿਵੇਂ ਅੱਗ ਬਹੁਤ ਸਾਰੇ ਕੱਖਾਂ ਨੂੰ ਰਾਖ ਕਰ ਦਿੰਦੀ ਆ, ਲੱਕੜਾਂ ਪਈਆਂ ਨੇ ਉਹਨੂੰ ਰਾਖ ਬਣਾ ਦਿੰਦੀ ਆ, ਇਸੇ ਤਰ੍ਹਾਂ ਜਦੋਂ ਬ੍ਰਹਮ ਅਗਨੀ ਪ੍ਰਚੰਡ ਹੋਵੇਗੀ, ਬ੍ਰਹਮ ਦਾ ਗਿਆਨ ਅੰਦਰ ਪ੍ਰਗਟ ਹੋਵੇਗਾ, ਈਸ਼ਵਰ 'ਚ ਅਭੇਦਤਾ ਹੋਵੇਗੀ ਨਾ, ਤੇ ਜਿਹੜੇ ਕੀਤੇ ਹੋਏ ਕਰਮ ਹੈ ਸਾਰੇ ਸੜ ਕੇ ਰਾਖ ਹੋ ਜਾਣਗੇ। ਉਹ ਫਿਰ ਕੋਈ ਵੀ ਦੁੱਖ ਕਸ਼ਟ ਨਹੀਂ ਦੇ ਸਕਦੇ। ਇਸ ਕਰਕੇ ਬੇਨਤੀ ਕੀਤੀ ਆ ਨਾਲ ਨਾਲ ਮਹਾਰਾਜ ਮੈਨੂੰ ਇਹ ਟੇਢੀਆਂ ਜੂਨਾਂ ਤੋਂ ਬਚਾ ਲਓ, ਬਸ ਇਹਨਾਂ ਜੂਨਾਂ 'ਚ ਆਉਣਾ ਨਾ ਪਵੇ, ਇਹ ਬੇਨਤੀ ਕੀਤੀ। ਉਸ ਤੋਂ ਬਾਅਦ ਇੱਕ ਹੋਰ ਇਹਨੇ ਅਰਦਾਸ ਕੀਤੀ ਆ, ਗੁਰੂ ਸਾਹਿਬ ਉਹਨਾਂ ਦਾ ਬਚਨ ਹੈ ਭਾਈ ਬਾਰ ਮੰਗ। ਇਹ ਬਾਰ ਹੋਰ ਮੰਗਣ ਲੱਗ ਪਿਆ। ਕੀ ਆਖਦਾ ਹੈ? ਜਹ ਜਹ ਜਨਮ ਧਰੋਂ ਮੈਂ ਜਾਏ, ਰਹੋ ਸਿੱਖ ਤਬ ਲੋ ਗੁਣ ਗਾਏ। ਮਹਾਰਾਜ ਮੇਰੀ ਇਹ ਵੀ ਇੱਛਾ ਹੈ, ਮੇਰੇ ਹਿਰਦੇ 'ਚ ਤੁਹਾਡਾ ਵਾਸਾ ਹੋਵੇਗਾ ਤੇ ਮੈਂ ਆ ਸਰੀਰ ਤੋਂ ਬਾਅਦ ਕੁਛ ਹੋਰ ਵੀ ਮਨੁੱਖਾ ਸਰੀਰ ਦੇ ਜਨਮ ਲੈਣਾ ਚਾਹੁੰਦਾ। ਹੁਣ ਇਹਦੇ ਬਾਰੇ ਮੰਗਿਆ, ਜਿਵੇਂ ਕਿਸੇ ਤੇ ਗੁਰੂ ਸਾਹਿਬ ਹੋਰ ਟੁੱਟ ਜਾਂਦੇ ਆ, ਕੋਈ ਅਧਿਆਤਮਿਕ ਵਸਤੂ ਮੰਗਦਾ ਹੈ, ਕੋਈ ਆਤਮਿਕ ਵਸਤੂ, ਕੋਈ ਸੰਸਾਰ ਵਸਤੂ, ਕੋਈ ਦੁੱਧ ਪੁੱਤ ਦੀਆਂ ਦਾਤਾਂ ਮੰਗ ਰਿਹਾ, ਕੋਈ ਸਰੀਰਕ ਤੰਦਰੁਸਤੀ ਦੀਆਂ ਦਾਤਾਂ ਮੰਗਦਾ। ਜੋ ਜੋ ਕਿਸੇ ਦੀ ਭਾਵਨਾ ਹੁੰਦੀ ਆ ਉਹ ਮੰਗ ਲੈਂਦਾ। ਇਹਨੂੰ ਗਿਆਨ ਹੈ ਕਿ ਮੈਨੂੰ ਪ੍ਰਮਾਤਮਾ ਨੇ, ਗੁਰੂ ਸਾਹਿਬ ਨੇ ਬਹੁਤ ਕੁਝ ਦਿੱਤਾ ਹੋਇਆ ਹੈ, ਪਰ ਹੋਰ ਕੀ ਮੰਗਣਾ। ਬੇਨਤੀ ਇਹ ਕਰਦਾ ਹੈ ਮਹਾਰਾਜ ਮੈਂ ਮਨੁੱਖਾ ਸਰੀਰ 'ਤੇ ਹੋਰ ਜਨਮ ਲੈਣਾ ਚਾਹੁੰਦਾ ਹਾਂ। ਜਹ ਜਹ ਜਨਮ ਧਰੋਂ ਮੈਂ ਜਾਈ। ਪਰ ਮਹਾਰਾਜ ਮੇਰਾ ਜਨਮ ਚਾਹੇ ਅਮੀਰ ਦੇ ਘਰ ਹੋਵੇ ਚਾਹੇ ਗਰੀਬ ਦੇ ਘਰ ਹੋਵੇ, ਜਿੱਥੇ ਵੀ ਹੋਵੇ, ਪਰ ਹੋਵੇ ਤੁਹਾਡਾ ਉਹ ਕੋਈ ਗੁਰਸਿੱਖ, ਤੁਹਾਡੇ ਗੁਰਸਿੱਖ ਦੇ ਘਰ ਮੇਰਾ ਜਨਮ ਹੋਵੇ, ਰਹੋ ਸਿੱਖ, ਤੇ ਉਸ ਜਨਮ ਦੇ ਵਿੱਚ ਵੀ ਸਾਡਾ ਤੇ ਤੁਹਾਡਾ ਮਿਲਾਪ ਹੁੰਦਾ ਰਹੇ।
मैं तुहाडे चरनां दी पौड़ लैके फिर सिख बना ते फिर तुहाडी सेवा करां। ते जदों तक मेरे आ शरीर विच सवास रहन उदों तक भी मैं तुहाडे गुण गाउंदा रहां। ते जदों फिर मैं दोबारा शरीर लैके आवांगा उदों भी जदों तक मेरे सवास रहणगे तुहाडे गुण गाउंदा रहां। ते जिन्ने भी मेरे जन्म होण मनुखा शरीर च होण ते मैं तुहाडी संगत दा आनंद माणदा रहां, तुहाडी सेवा दा आनंद माणदा रहां जी। भए प्रसन्न बखानिओ बैन। ते उस समय गुरु हरगोबिंद साहब महाराज बहुत खुश हो गए, प्रसन्न हो गए। ते इस गुरसिख नूं एक गुरु साहब ने वचन किया, तेरो जन्म अपर अब है ना। भाई गुरसिखा, तेरी इच्छा है जे तू होर जन्म लैने आ, जे साडी संगत करनी है, पर जिवें तू साडी इन्नी सेवा कीती आ ते जिहड़ा कुछ तू साडे तो मंग लिया, जदों तुसीं साडे तो मंग ही लिया भी दिन रात मेरे हिरदे च बसे, तुहाडा स्वरूप मेरे हिरदे रूप घर च प्रगट होवे, जदों तेरे सारे कीते कर्म नाश हो गए, जदों तेरे भोगण वाला कोई कर्म रहा ही नहीं, तो फिर होर शरीर तू किस वास्ते लेना। जो तू साडे च ही अभेद हो गया तो फिर जन्म मरण तो रहा ही नहीं। इस करके वचन किया, तेरी इच्छा है जो होर जन्म लैने आ ते हो जाणगे, पर जिवें तू साडे तो मंगिया है ना उस तरह तेरा होर जन्म हुण बाकी रह नहीं गया। वचन किया, उर मह बसों मांग वर लीनो, भयो कर्म के बंद बहीनो। ते जिहड़ा भी प्राणी संसार च आउंदा है उन्हें किसी का कुछ लेखा देना हुंदा है ते किसी तो कुछ लेना हुंदा है। उहदा लेखा जोखा हिसाब किताब रह जाता है, उन्हें फिर शरीर देना दुबारे आना पैंदा है। ते फिर ये मनुखा शरीर दे विच भी सेवा करदियां करदियां कोई घाट रह जाती है, उन्हें फिर असीं मनुखा शरीर दिंदे आ। चलो अगले जामे में शरीर में जाके वो ये सेवा सिमरन पूरा कर लवे। तो जे फिर रह जाए कोई कमी फिर उन्हें एक होर मनुखा शरीर दे देंगे। पर जदों हुण उर मैं बसों असीं तुहाडे हिरदे च बस गए तो फिर जन्म मरण तो रहा ही नहीं। तुसीं वर मंग लिया साडे तो, तुसीं कर्मां तो तां बिना हो गए हो, हुण तुहाडा कोई भी कर्म बाकी नहीं रहा। तो वचन किया, पूर्ण होए कामना तेरी, मिट्टी सकल भव जल की फेरे। भाई गुरसिखा, हुण तेरी जिहड़ी इच्छा सी वो पूरी हो चुकी आ ते आ संसार दे विच जन्म मरण होना ये तेरा कट दिता गया है, मिट गया है। ये तो जड़ तो ही खत्म हो चुकिया है। जन्म मरण की तो हुण जड़ भी नहीं रही। इस करके जो गुरु साहब ने इन्ना वचन किया ना, तो वचन किया भाई गुरसिखा हुण बैठ जा, बैठ के उस रूप दे हुण दर्शन कर अंदरों। ये गुरसिख चौकड़ा मार के बैठा, वाहिगुरु 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 दा सिमरन गुरु चरनां च बैठ के करन लग्या। ते जिवें सूरज दीयां किरणां पैंदियां ने ते इस तरह गुरु साहब की कृपा दृष्टि होर पै गई। ते जो बाहर स्वरूप देख रहा सी, जिहड़े स्वरूप की इच्छा की सी महाराज मेरे हिरदे च बस जे, वो स्वरूप इहदे हिरदे च बस गया। जो बाहर दर्शन कर रहा सी ना, उही स्वरूप दे दर्शन अंदरों होण लग पे, अंदरों होण लग पे। तो फिर साध संगत उहदी की उपमा करिए, उहदी की सिफत करिए, की वडियाई करिए।
जिहदे उत्ते गुरु साहब की इन्नी कृपा होगी कि परमात्मा अंदरों भी दिसदा है, अंतर बाहर हर प्रभ एको, मिल हर जन मंगल गाए। नेत्र बंद कीते, अंदरों गुरु के दर्शन होंदे आ, नेत्र खोलदा है ते बाहरों गुरु के दर्शन होंदे आ। ते ओ ऐसे संत महापुर गुरसिख दी उपमा ही नहीं कही जा सकती। ते जो धन 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 हो गया, ते उस समय फिर गुरु साहब के चरणों आनंद लेंदा रहा। फिर गुरु साहब का वचन होया, भाई गुरसिखा हुण नेत्र खोल लै, जो तू मंगया सी असीं तैनूं सब कुछ दे दिता, सारा खजाना तैनूं देता, हुण अगांह जाके वंडी, होरां नूं भी ऐसा जाके प्रकाश करी। तू आप ते तरी गया है, ते जिहड़ी तेरी संगत करनगे ना उन्हां दा भी पार उतारा होवेगा। तेरी तां कुल तां तेरी तारी गई आ, ते तेरी संगत करन वाले भी तर जाणगे। ते उस समय फिर गुरु साहब उन्हां दे कोल कुछ समा बैठा रहा। फिर गुरु साहब का वचन होया, भाई गुरसिखा हुण प्रसादा भोजन छको। तो चाहे बेनती करता है महाराज कोई इच्छा नहीं रही, पर गुरु साहब वचन कर दिया, नहीं भाई गुरसिखा ये शरीर है, प्रसादा भोजन भी छकना है, आराम भी करना है, ते भजन भी करना है, पर वो ते कृपा किहड़ी होगी, गुरमुख रोम रोम हर त्यागै। जो गुरु साहब ने आप ही बख्शिश करके एडा वड्डा खजाना देता, तो फिर रोम रोम दे विचों आवाज़ आउंदी है वाहिगुरू की, रोम रोम करके वाहिगुरू ते आउंदा है। हुण चाहे वो विश्राम करे, चाहे भोजन छके, पर ਉਹਦੀ ਜਿਹੜੀ ਸੁਰਤ है ना अंदरी, वो वाहिगुरू के सिमरन में जुड़ी हुई है। तो वो 24 घंटे जो मंगया सी सिमरन ਉਹਦਾ ਉਹ ਚੱਲ ਰਿਹਾ। इसे करके जो गुरु साहब का वचन होया मोड़ नहीं सकता। फिर उतों कितक समय फिर दर्शन हेरे, पुन आयस ले गमने डेरे, ते आग्या लैके अपने जिथे डेरा किया है, जिथे तंबू लाए आ, उत्थे आ गया। अर्पी वस्त सकल गुर देखी, प्रथम तुरंगम चपल वसैखी। तो फिर गुरु साहब ने सारिया भेटावां देखदियां देख करके पहले ही बड़ी खुशी की है। तो गुरु साहब चाहते हैं कि जिहड़ी इहदी भावना है भी घोड़े ते सवार होण, तो ये भी इहदी भावना पूरी करिए। तो ये जिहड़ा आवाज़ लिआंदा इहनूं हत्थ ते बिठाइए। तो इस तरह गुरु साहब ने वो भी उहदी सारी भावना पूर्ण की। सो इस तरह गुरु हरगोबिंद साहब महाराज जी ने बहुत वड्डी बख्शिश ये गुरसिख के उपर की है। होर भी गुरु साहब गुरसिखा ते अपनियां खुशियां करते हैं। पैदे खानों भी गुरु साहब ने बख्शिशां करनियां ने। सो जिस तरह अगे गुरु के इतिहास आउणगे, गुरु कृपा गुरु बख्शिश नाल आपां लड़ीवार गुरु इतिहास की विचार करांगे। सो विचार करदिआं तो बेअंत भुल्लां दी खिमा। समूह साध संगत ते सतगुरु महाराज बख्शण योग ने। दास खिमा दा जाचक है जी, अर्पे वस्त सकल गुर देखी, प्रथम तुरंगम चपल विसेखी। वाहिगुरू जी का खालसा, वाहिगुरू जी की फतेह। आए प्रभ शरनागते, कृपा निध दयालु। एक अखर हर मन बसत, नानक होत निहाल। वाहिगुरु नाम जहाज है, चढ़े सो तरै पार। जो श्रद्धा कर सेवंदे, गुर पार उतारण हार। जो श्रद्धा कर सेवंदे, गुर पार उतारण हार। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ।